ਬੱਚਿਓ, ਅੱਜ ਦੇ ਐਮਏ ਫਸਟ ਸਮੈਸਟਰ ਦੀ ਵਰਚੁਅਲ ਕਲਾਸ 'ਚ ਤੁਹਾਡਾ ਸਵਾਗਤ ਹੈ। ਲਾਸਟ ਲੈਕਚਰ ਦੇ ਵਿੱਚ ਅਸੀਂ ਆਪਣਾ ਜਿਹੜਾ ਸਿਲੇਬਸ ਹੈਗਾ ਹੈ ਐਮਏ ਫਸਟ ਸਮੈਸਟਰ ਦਾ, ਉਹ ਡਿਸਕਸ ਕੀਤਾ ਸੀ। ਅਤੇ ਪਹਿਲੇ ਯੂਨਿਟ ਦੇ ਵਿੱਚ ਜਿਹੜਾ ਪਹਿਲਾ ਚੈਪਟਰ ਹੈਗਾ ਉਹ ਸ਼ਕਤੀ ਦੇ ਨਾਲ ਰਿਲੇਟਡ ਹੈ, ਪਾਵਰ ਦੇ ਨਾਲ ਜਿਹੜਾ ਹੈਗਾ ਉਹਦਾ ਸੰਬੰਧ ਹੈ। ਸੋ ਅੱਜ ਅਸੀਂ ਤੁਸੀਂ ਕੁਝ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਕਿ BA ਫਸਟ ਈਅਰ ਦੇ ਵਿੱਚ ਤੁਸੀਂ ਪੜ੍ਹੀਆਂ ਹੋਈਆਂ। BA ਫਸਟ ਈਅਰ ਦੇ ਵਿੱਚ ਵੀ ਤੁਸੀਂ ਪਾਵਰ ਦਾ ਜਿਹੜਾ ਕੰਸੈਪਟ ਹੈ ਜਾਂ ਸ਼ਕਤੀ ਦੀ ਜਿਹੜੀ ਧਾਰਨਾ ਹੈ ਉਹਦਾ ਅਧਿਐਨ ਕੀਤਾ ਹੋਇਆ। ਸੋ ਜਦੋਂ ਅਸੀਂ ਸੋਸ਼ਲ ਸਾਇੰਸ ਜਾਂ ਪੋਲੀਟਿਕਸ ਦੇ ਵਿੱਚ ਅਸੀਂ ਸ਼ਕਤੀ ਦੀ ਗੱਲ ਕਰਦੇ ਹਾਂ, ਹੁਣ ਇੱਥੇ ਮੈਂ ਤੁਹਾਡੇ ਨਾਲ ਇੱਕ PPT ਸ਼ੇਅਰ ਕੀਤੀ ਹੋਈ ਹੈ। ਹੁਣ ਇਨ ਸੋਸ਼ਲ ਸਾਇੰਸ ਐਂਡ ਪੋਲੀਟਿਕਸ, ਪਾਵਰ ਇਜ਼ ਐਬਿਲਿਟੀ ਟੂ ਇਨਫਲੂਐਂਸ ਕੰਟਰੋਲ ਦੀ ਬਿਹੇਵੀਅਰ ਆਫ ਅਦਰਸ। ਹੁਣ ਪਾਵਰ ਦਾ ਕੀ ਅਰਥ ਹੁੰਦਾ ਹੈ, ਸ਼ਕਤੀ ਦਾ ਕੀ ਅਰਥ ਹੁੰਦਾ ਹੈ? ਸੋਸ਼ਲ ਸਾਇੰਸ ਦੇ ਵਿੱਚ ਪਾਵਰ ਦਾ ਅਰਥ ਐਨਰਜੀ ਨਹੀਂ ਹੈ। ਫਿਜ਼ਿਕਸ ਦੇ ਵਿੱਚ ਪਾਵਰ ਐਨਰਜੀ ਨੂੰ ਕਿਹਾ ਜਾਂਦਾ ਹੈ, ਇਲੈਕਟ੍ਰੀਸਿਟੀ ਤੋਂ ਪ੍ਰੋਡਿਊਸ ਹੋਣ ਵਾਲੀ ਜਿਹੜੀ ਸ਼ਕਤੀ ਹੈ ਉਹਨੂੰ ਪਾਵਰ ਕਿਹਾ ਜਾਂਦਾ। ਪਰ ਰਾਜਨੀਤੀ ਸ਼ਾਸਤਰ ਦੇ ਵਿੱਚ ਜਾਂ ਸਮਾਜ ਸ਼ਾਸਤਰ ਦੇ ਵਿੱਚ ਪਾਵਰ ਇੱਕ ਇਹੋ ਜਿਹੀ ਸ਼ਕਤੀ, ਇੱਕ ਇਹੋ ਜਿਹੀ ਯੋਗਤਾ ਹੈ ਜਿਹਦੇ ਰਾਹੀਂ ਲੋਕਾਂ ਦੇ ਵਿਵਹਾਰ ਨੂੰ ਜਿਹੜਾ ਹੈ ਨਿਯੰਤਰਿਤ ਅਤੇ ਪ੍ਰਭਾਵਿਤ ਕੀਤਾ ਜਾਂਦਾ। ਹੁਣ ਸ਼ਕਤੀ ਦੇ ਜਦੋਂ ਗੱਲ ਹੁੰਦੀ ਹੈ ਤਾਂ ਇਹਦੇ ਸੰਦਰਭ ਦੇ ਵਿੱਚ ਅਸੀਂ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਵਰਡਸ ਹੈਗੇ ਆ ਉਹ ਯੂਜ਼ ਕਰਦੇ ਹਾਂ। ਜਿੱਦਾਂ ਇੱਕ ਕਾਮਨ ਵਰਡ ਜਿਹੜਾ ਅਸੀਂ ਯੂਜ਼ ਕਰਦੇ ਹਾਂ, ਅਥਾਰਟੀ। ਕੁਝ ਲੋਕ ਸ਼ਕਤੀ ਨੂੰ ਜਿਹੜਾ ਹੈਗਾ ਉਹ ਸੱਤਾ ਦੇ ਨਾਲ ਜੋੜ ਕੇ ਵੇਖਦੇ ਆ। ਸ਼ਕਤੀ, ਕੁਝ ਲੋਕ ਜਿਹੜੇ ਆ, ਕੁਝ ਵਿਚਾਰਕ ਜਿਹੜੇ ਆ, ਸ਼ਕਤੀ ਦਾ ਅਰਥ ਸੱਤਾ ਦੇ ਨਾਲ ਜੋੜਦਿਆਂ ਹੋਇਆਂ ਸ਼ਕਤੀ ਨੂੰ ਸੱਤਾ ਦੇ ਰੂਪ 'ਚ ਪਰਿਭਾਸ਼ਿਤ ਕਰਦਾ। ਹੁਣ ਇੱਥੇ ਅਥਾਰਟੀ ਇਜ਼ ਆਫਨ ਯੂਜ਼ਡ ਪਾਵਰ ਫॉर ਪਰਸੀਵਡ ਐਜ਼ ਲੈਜੀਟੀਮੇਟ ਬਾਏ ਸੋਸ਼ਲ ਸਟਰਕਚਰ। ਹੁਣ ਜਿਹੜੀ ਸ਼ਕਤੀ ਹੈ ਅਤੇ ਸੱਤਾ ਹੈ ਆਪਸ ਦੇ ਵਿੱਚ, ਮਤਲਬ ਇਹਨਾਂ ਦਾ ਜਿਹੜਾ ਕਹਿ ਲਓ ਤੁਸੀਂ ਇੰਟਰਚੇਂਜੇਬਲ ਵੀ ਯੂਜ਼ ਹੁੰਦੇ ਆ। ਦੂਸਰੀ ਗੱਲ, ਇਹ ਸ਼ਬਦ ਜਿਹੜੇ ਆ ਮਤਲਬ ਜਿਹਦੇ ਕੋਲ ਸੱਤਾ ਹੋਏਗੀ, ਕਿਸੇ ਦੇਸ਼ ਦੀ ਬਾਗਡੋਰ ਹੋਏਗੀ ਜਿਹੜੀ ਸਰਕਾਰ ਕੋਲ, ਉਹਦੇ ਕੋਲ ਹੀ ਸ਼ਕਤੀ ਹੈ। ਠੀਕ ਹੈ ਜੀ, ਸੱਤਾਧਾਰੀ। ਸੋ authority is often used for power perceived as legitimate by social structure। ਇਹਦਾ ਕੀ ਹੈ ਕਿ ਜਿਹੜੀ ਸਰਕਾਰ, ਅਗਰ ਮੈਂ ਤੁਹਾਨੂੰ ਬਹੁਤ ਸਿੰਪਲ ਸ਼ਬਦਾਂ ਵਿੱਚ ਸਮਝਾਵਾਂ, ਹੁਣ ਭਾਰਤ ਨੇ ਲੋਕਤੰਤਰੀ ਵਿਵਸਥਾ ਨੂੰ ਅਪਣਾਇਆ। ਇਹਦੇ ਵਿੱਚ ਲੋਕ ਜਿਹੜਾ ਆਪਣੇ ਵੋਟ ਅਧਿਕਾਰ ਦਾ ਪ੍ਰਯੋਗ ਕਰਕੇ ਜਿਹੜਾ ਹੈਗਾ ਇੱਕ ਸਰਕਾਰ ਚੁਣਦਾ। ਸਰਕਾਰ ਨੂੰ ਸੱਤਾ ਵਿੱਚ ਕੌਣ ਲਿਆ ਰਿਹਾ? ਸਰਕਾਰ ਨੂੰ ਸੱਤਾ ਵਿੱਚ ਲੋਕ ਲਿਆ ਰਹੇ। ਮਤਲਬ ਸਰਕਾਰ ਆਪਣੇ ਆਪ ਸੁਪਨਾ ਥੋੜ੍ਹਾ ਕਿ ਜਿਹੜਾ ਆਪਣੇ ਆਪ ਜਦੋਂ ਤੁਸੀਂ ਸੁੱਤੇ ਹੈ ਰਾਤ ਨੂੰ ਆ ਜਾਓ। ਸੋ ਸਰਕਾਰ ਬੇਸਿਕਲੀ ਲੋਕਾਂ ਦੁਆਰਾ ਬਣਾਈ ਜਾਂਦੀ ਹੈ। ਲੋਕ ਸਰਕਾਰ ਨੂੰ ਚੁਣਦੇ ਲੋਕਤੰਤਰੀ ਵਿਵਸਥਾ ਦੇ ਵਿੱਚ, ਔਰ ਜਿਹੜੀ ਪਾਰਟੀ ਨੂੰ ਬਹੁਮਤ ਮਿਲਦਾ ਹੈ ਭਾਰਤ ਦੇ ਵਿੱਚ ਸੰਸਦ ਦੇ ਵਿੱਚ, ਉਹਦੀ ਸਰਕਾਰ ਕੇਂਦਰ ਦੇ ਵਿੱਚ ਹੈ। ਸੋ ਕਹਿਣ ਦਾ ਮਤਲਬ ਇਹ ਹੈ, ਲੈਜੀਟੀਮੇਟ ਦਾ ਮਤਲਬ ਇੱਥੇ ਇਹ ਹੁੰਦਾ ਹੈ ਕਿ ਜਿਹਨੂੰ ਲੋਕਾਂ ਨੇ ਮਤਲਬ ਚੁਣ ਕੇ ਭੇਜਿਆ, ਜਿਹਨੂੰ ਲੋਕਾਂ ਨੇ ਇਹ ਅਧਿਕਾਰ ਪ੍ਰਦਾਨ ਕੀਤਾ ਕਿ ਤੁਸੀਂ 5 ਸਾਲਾਂ ਵਾਸਤੇ ਦੇਸ਼ ਦਾ ਸ਼ਾਸਨ ਪ੍ਰਬੰਧ ਜਿਹੜਾ ਹੈ ਸੰਭਾਲਣਾ। ਠੀਕ ਹੈ ਜੀ। ਹੁਣ ਕਈ ਵਾਰੀ ਜਿਹੜਾ ਸ਼ਕਤੀ ਦਾ ਸਵਰੂਪ ਹੈ ਉਹਨੂੰ ਪਾਵਰ ਕੈਨ ਬੀ ਸੀਨ ਐਜ਼ ਅਨਜਸਟ। ਮਤਲਬ ਸ਼ਕਤੀ ਕਈ ਵਾਰੀ ਉਹਦੇ ਐਕਸਰਸਾਈਜ਼ ਆਫ ਪਾਵਰ ਜਿਹੜਾ ਹੈ ਕਈ ਵਾਰੀ ਨਿਆਇਕ ਨਹੀਂ ਹੁੰਦਾ, ਅਨਿਆਇਕ ਵੀ ਹੁੰਦਾ। ਠੀਕ ਹੈ, ਪਾਵਰ ਕੈਨ ਬੀ ਸੀਨ ਐਜ਼ ਅਨਜਸਟ ਬਟ ਐਕਸਰਸਾਈਜ਼ ਆਫ ਪਾਵਰ ਇਜ਼ ਐਕਸੈਪਟੇਬਲ ਐਜ਼ ਐਂਡੈਮਿਕ ਟੂ ਹਿਊਮਨਸ ਐਜ਼। ਪਰ ਤੁਸੀਂ ਜਿਹੜਾ ਸ਼ਕਤੀ ਦਾ ਪਰਸੈਪਸ਼ਨ ਹੈ ਜਾਂ ਜਿਹੜੀ ਸ਼ਕਤੀ ਦੀ ਧਾਰਨਾ ਹੈ ਉਹਨੂੰ ਤੁਸੀਂ ਨਕਾਰ ਨਹੀਂ ਸਕਦੇ। ਉਹਨੂੰ ਜਿਹੜਾ ਹੈਗਾ ਬਿਲਕੁਲ ਜਿਹੜਾ ਹੈਗਾ ਨਕਾਰਿਆ ਨਹੀਂ ਜਾ ਸਕਦਾ।
In business, power is often expressed as upward and downward. ਹੁਣ ਹਰ ਖੇਤਰ ਦੇ ਵਿੱਚ ਸ਼ਕਤੀ ਦੀ ਜਿਹੜੀ ਪਰਿਭਾਸ਼ਾ ਹੈ ਔਰ ਜਾਂ ਸ਼ਕਤੀ ਦੀ ਜਿਹੜੀ ਸ਼ਬਦਾਵਲੀ ਹੈ ਉਹ ਜਿਹੜਾ ਹੈ ਵੱਧਦੀ ਅਤੇ ਘਟਦੀ ਜਿਹੜਾ ਹੈ ਰਹਿੰਦੀ। ਠੀਕ ਹੈ, ਅਗਰ ਅਸੀਂ ਬਿਜ਼ਨਸ ਦੇ ਸੰਦਰਭ 'ਚ ਗੱਲ ਕਰੀਏ, ਵਪਾਰ ਦੇ ਸੰਦਰਭ 'ਚ ਗੱਲ ਕਰੀਏ ਕਿ ਪਾਵਰ, ਉਹ ਕਹਿੰਦਾ ਕਿ ਪਾਵਰ ਇਜ਼ often expressed as being upward and downward. With downward power, a company superior influences its subordinates. ਹੁਣ ਇੱਕ ਮੈਨੇਜਮੈਂਟ ਵਿਵਸਥਾ 'ਚ, ਇੱਕ ਬੈਂਕ 'ਚ, ਅਗਰ ਆਪਾਂ ਬੈਂਕ ਦੀ ਐਗਜ਼ਾਮਪਲ ਲੈ ਲੈਂਦੇ ਹਾਂ ਜਾਂ ਆਪਾਂ ਕਿਸੇ ਵਪਾਰਕ ਸੰਗਠਨ ਦੀ ਐਗਜ਼ਾਮਪਲ ਲੈ ਲੈਂਦੇ ਹਾਂ, ਉਹਦੇ ਵਿੱਚ ਜਿਹੜਾ ਪਾਵਰ ਦਾ ਕੰਸੈਪਟ ਹੈਗਾ ਹੈ, ਜਿਹੜਾ ਸ਼ਕਤੀ ਦਾ ਕੰਸੈਪਟ ਹੈਗਾ ਹੈ, ਉਹ ਕੀ ਹੈ? ਜਦੋਂ ਕੰਪਨੀ ਦੇ ਵਿੱਚ ਜਿਹੜਾ ਬੌਸ ਹੁੰਦਾ ਹੈ ਉਹ ਆਪਣੇ ਜਿਹੜੇ ਉਹਦੇ ਥੱਲੇ ਜਿਹੜੇ ਵਿਅਕਤੀ ਕੰਮ ਕਰ ਰਹੇ ਹੁੰਦੇ ਆ ਜਾਂ ਮਨੁੱਖ ਕੰਮ ਕਰ ਰਹੇ ਹੁੰਦੇ ਆ, ਜਦੋਂ ਉਹਨਾਂ ਨੂੰ ਪ੍ਰਭਾਵਿਤ ਕਰਦਾ ਹੈ ਆਪਣੀ ਐਬਿਲਿਟੀ ਦੁਆਰਾ, ਆਪਣੀ ਯੋਗਤਾ ਦੁਆਰਾ, ਉਸ ਨੂੰ ਬਿਜ਼ਨਸ ਪਾਵਰ ਕਹਿੰਦੇ, ਉਸ ਨੂੰ ਬਿਜ਼ਨਸ ਪਾਵਰ। ਵੈਨ ਕੰਪਨੀ ਐਗਜ਼ਰਟਸ upward power, it is subordinates who influence the decisions of the leader. ਹੁਣ ਕੰਪਨੀ ਦੇ ਵਿੱਚ ਜਿਹੜਾ ਸੁਪੀਰੀਅਰ ਸਬੋਰਡੀਨੇਟ ਰਿਲੇਸ਼ਨ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਉਹਨੂੰ ਅਸੀਂ ਨਕਾਰ ਨਹੀਂ ਸਕਦੇ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। who influences the decisions of their leaders, ਮਤਲਬ ਸਬੋਰਡੀਨੇਟਸ ਜਿਹੜੇ ਅਧਿਕਾਰੀ ਬੌਸ ਦੇ ਥੱਲੇ ਕੰਮ ਕਰ ਰਹੇ ਆ ਉਹ ਸਬੋਰਡੀਨੇਟਸ ਨੇ, ਤਾਂ ਸਬੋਰਡੀਨੇਟਸ ਦੇ ਜਿਹੜੇ ਨਿਰਣੇ ਨੇ ਉਹਨੂੰ ਪ੍ਰਭਾਵਿਤ ਕਰਦੇ। ਇਹ ਹਾਲੇ ਜਨਰਲ ਇੰਟਰੋਡਕਸ਼ਨ ਹੈ, ਇਹਦੇ ਵਿੱਚ ਫਿਰ ਅਸੀਂ ਕੁਐਸਚਨ ਵਾਈਜ਼ ਜਿਹੜਾ ਹੈ ਅੱਗੇ ਇਹਦੇ ਵਿੱਚ ਕੁਐਸਚਨ ਦੇ ਵਿੱਚ ਵਧਾਂਗੇ, ਕਿਉਂਕਿ ਤੁਹਾਡੀ MA ਕਲਾਸ ਹੈ, ਤੁਹਾਨੂੰ ਇਹ ਵੀ ਹਰ ਕੰਸੈਪਟ ਦੀ, ਹਰ ਧਾਰਨਾ ਦੀ ਡਿਟੇਲ ਦੱਸਣਾ ਬਹੁਤ ਜ਼ਰੂਰੀ ਹੈ। ਪਾਵਰ ਮੇ ਬੀ ਰਿਗਾਰਡਡ as one of the central concepts in political science. Political science ਦੇ ਵਿੱਚ ਪਾਵਰ ਦਾ ਜਿਹੜਾ ਕੰਸੈਪਟ ਹੈ ਉਹਦੀ ਬਹੁਤ ਅਹਿਮੀਅਤ ਹੈ, ਜਾਂ ਪੋਲੀਟੀਕਲ ਸਾਇੰਸ ਨੂੰ ਜਾਂ ਪੋਲੀਟਿਕਸ ਨੂੰ ਅਸੀਂ ਜਿਹੜਾ ਹੈ ਸ਼ਕਤੀ ਦੇ ਸੰਦਰਭ ਦੇ ਵਿੱਚ ਹੀ ਪਰਿਭਾਸ਼ਿਤ ਕਰਦੇ ਹਾਂ। ਹੁਣ ਪਾਵਰ ਕੀ ਹੈ, ਪੋਲੀਟਿਕਸ ਕੀ ਹੈ? ਸਟਰਗਲ ਫॉर ਪਾਵਰ ਇਜ਼ ਕਾਲਡ ਪੋਲੀਟਿਕਸ। ਸ਼ਕਤੀ ਜਾਂ ਸੱਤਾ ਲਈ ਸੰਘਰਸ਼ ਨੂੰ ਅਸੀਂ ਰਾਜਨੀਤੀ ਕਹਿੰਦੇ ਹਾਂ। ਸੋ ਸਭ ਨੂੰ ਅਗਰ ਕੋਈ ਸੈਂਟਰਲ ਪੁਆਇੰਟ ਹੈਗਾ, ਅਗਰ ਪੋਲੀਟੀਕਲ ਸਾਇੰਸ ਨੂੰ ਅਸੀਂ ਪਾਵਰ ਤੋਂ ਬਗੈਰ ਪੜ੍ਹ ਹੀ ਨਹੀਂ ਸਕਦੇ, ਸ਼ਕਤੀ ਦੀ ਧਾਰਨਾ ਨੂੰ ਦੇਖੇ ਬਿਨਾਂ ਜਾਂ ਸ਼ਕਤੀ ਦੇ ਸੰਦਰਭ ਦੇ ਵਿੱਚ ਰਾਜਨੀਤੀ ਨੂੰ ਦੇਖੇ ਤੋਂ ਬਿਨਾਂ ਜਿਹੜਾ ਇਹਦਾ ਅਧਿਐਨ ਜਿਹੜਾ ਹੈਗਾ ਨਹੀਂ ਕੀਤਾ ਜਾ ਸਕਦਾ। ਠੀਕ ਹੈ ਜੀ, ਰਿਲੀਮ ਆਫ ਪੋਲੀਟੀਕਲ ਸਾਇੰਸ ਐਂਡ ਮਨੀ ਆਫ ਰਿਲੀਮ। ਠੀਕ ਹੈ ਜੀ, ਹੁਣ ਜਦੋਂ ਆਪਾਂ ਇਕਨੋਮਿਕਸ ਦੀ ਗੱਲ ਕਰਦੇ, ਇਹ ਮੈਂ ਤੁਹਾਨੂੰ ਸਾਰਾ ਇਹ ਦੱਸਦਾ ਕਿ ਅਲੱਗ-ਅਲੱਗ ਵਿਸ਼ਿਆਂ ਦੇ ਵਿੱਚ ਸ਼ਕਤੀ ਜਿਹੜਾ ਹੈਗਾ ਦੀ ਧਾਰਨਾ ਦਾ ਕੀ ਅਰਥ ਹੈ, ਇਹ ਸ਼ਕਤੀ ਦੀ ਧਾਰਨਾ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਪਰਿਭਾਸ਼ਿਤ ਜਿਹੜਾ ਹੈਗਾ ਉਹ ਕੀਤਾ ਗਿਆ। ਰਿਲੀਮ ਆਫ ਪੋਲੀਟੀਕਲ ਸਾਇੰਸ ਹੈਡ ਦ ਕੰਸੈਪਟ ਆਫ ਮਨੀ ਇਨ ਰਿਲੀਮ ਆਫ ਇਕਨੋਮਿਕ। ਇਟ ਇਜ਼ ਦ ਐਬਿਲਿਟੀ ਆਫ ਪਰਸਨ ਟੂ ਫੁਲਫਿਲ ਹਿਜ਼ ਡਿਜ਼ਾਇਰ ਔਰ ਟੂ ਅਚੀਵ ਹਿਜ਼ ਆਬਜੈਕਟਿਵਸ। ਇਕਨੋਮਿਕਸ ਦੇ ਵਿੱਚ ਅਗਰ ਗੱਲ ਕਰੀਏ, ਇਕਨੋਮਿਕਸ ਦੇ ਵਿੱਚ ਸ਼ਕਤੀ ਦਾ ਕੰਸੈਪਟ ਦਾ ਅਰਥ ਟੋਟਲੀ ਚੇਂਜ ਹੋ ਜਾਂਦਾ। ਉਹ ਕੀ ਹੈ? ਇਹ ਇਹੋ ਜਿਹੀ ਯੋਗਤਾ ਹੈ ਜਿਹਦੇ ਦੁਆਰਾ ਵਿਅਕਤੀ ਆਪਣੇ ਜਿਹੜੇ ਉਦੇਸ਼ ਹੁੰਦੇ ਆ ਜਾਂ ਆਪਣੀਆਂ ਜਿਹੜੀਆਂ ਤੁਸੀਂ ਕਹਿ ਲਓ ਕਾਮਨਾਵਾਂ ਹੁੰਦੀਆਂ ਉਹਨਾਂ ਦੀ ਪੂਰਤੀ ਕਰਦਾ। ਹੁਣ ਕਾਮਨਾਵਾਂ ਦੀ ਪੂਰਤੀ ਪੈਸੇ ਰਾਹੀਂ ਹੋ ਸਕਦੀ ਹੈ, ਔਰ ਪੈਸੇ ਦਾ ਜਿਹੜਾ ਸੰਬੰਧ ਹੈਗਾ ਉਹ ਅਰਥ ਸ਼ਾਸਤਰ ਦੇ ਵਿੱਚ ਅਸੀਂ ਪੜ੍ਹੀਦਾ। ਠੀਕ ਹੈ ਜੀ, ਪ੍ਰੋਡਕਸ਼ਨ 'ਚ ਪੜ੍ਹੀਦਾ ਵਿੱਚ ਆਪਣੇ ਜਿਹੜਾ ਪੈਸਾ ਹੈ, ਵਪਾਰ ਹੈ ਜਾਂ ਉਹਦੇ ਨਾਲ ਸੰਬੰਧਿਤ ਜਿਹੜੇ ਵਿਸ਼ੇ ਉਹਦਾ ਅਸੀਂ ਇਕਨੋਮਿਕਸ ਦੇ ਵਿੱਚ ਕਰਦੇ ਹਾਂ। ਸੋ ਇਕਨੋਮਿਕਸ ਦੇ ਵਿੱਚ ਜਦੋਂ ਅਸੀਂ ਪਾਵਰ ਨੂੰ ਦੇਖਦੇ ਹਾਂ ਤਾਂ ਇਕਨੋਮਿਕਸ ਦੇ ਵਿੱਚ ਜਿਹੜੀ ਪਾਵਰ ਹੈਗੀ ਹੈ ਉਹ ਕੀ ਹੈ? ਟੂ ਫੁਲਫਿਲ ਵਨਸ ਡਿਜ਼ਾਇਰਸ ਥਰੂ ਦੀ ਸਰਕੂਲੇਸ਼ਨ ਆਫ ਮਨੀ। ਮਤਲਬ ਮਨੀ ਦੇ ਸਰਕੂਲੇਸ਼ਨ ਦੁਆਰਾ ਜਦੋਂ ਮਨੁੱਖ ਆਪਣੇ ਉਦੇਸ਼ਾਂ ਦੀ ਪੂਰਤੀ ਕਰਦਾ ਹੈ ਉਹਨੂੰ ਅਰਥ ਸ਼ਾਸਤਰ ਦੇ ਵਿੱਚ ਸ਼ਕਤੀ ਦੀ ਧਾਰਨਾ ਦੇ ਨਾਲ ਜਿਹੜਾ ਹੁੰਦਾ ਜੋੜਿਆ ਜਾਂਦਾ। ਹੁਣ ਆਪਾਂ ਅਗਲੀ ਸਲਾਈਡ ਉੱਤੇ ਮੂਵ ਕਰਦੇ ਹਾਂ। ਹੁਣ ਜੇ ਅਸੀਂ ਇਹਨਾਂ ਸਾਰੇ ਵਿਸ਼ਿਆਂ ਦੇ ਵਿੱਚ ਜਾਂ ਵਿਸ਼ਿਆਂ ਦੇ ਸੰਦਰਭ ਦੇ ਵਿੱਚ ਸ਼ਕਤੀ ਦੇ ਸੰਦਰਭ ਦੇ ਵਿੱਚ ਜਿਹੜੇ ਅਰਥ ਹੈਗਾ ਹੈ ਸ਼ਕਤੀ ਦਾ, ਅਗਰ ਉਹਨੂੰ ਅਸੀਂ ਇਨ ਟੋਟੈਲਿਟੀ ਦੇਖੀਏ,
So power in broader sense is the ability to influence the outcome of the events. So यदि परिभाषा जनरल डेफिनेशन की बनी, power in its broadest sense is the ability to influence the outcome of the events. ਪਾਵਰ ਕੀ ਹੈ ਜੀ? ਇੱਕ ਇਹੋ ਜਿਹੀ ਯੋਗਤਾ ਹੈ ਜਿਹਦੇ ਰਾਹੀਂ ਜਿਹੜੀਆਂ ਘਟਨਾਵਾਂ ਘਟਿਤ ਹੁੰਦੀਆਂ ਹੈ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ। ਇਨ ਸੈਂਸ ਹੈਵਿੰਗ ਪਾਵਰ ਟੂ ਡੂ ਸਮਥਿੰਗ, ਠੀਕ ਹੈ। ਅਦਰ ਸੈਂਸ ਦੇ ਵਿੱਚ ਸ਼ਕਤੀ ਦਾ ਅਰਥ ਹੈ ਕਿ ਕੁਝ ਕਰਨਾ, ਕੁਝ ਕਰ ਗੁਜ਼ਰਨਾ ਜਾਂ ਕੁਝ ਕਰ ਗੁਜ਼ਰਨ ਦੀ ਚਾਹਤ ਰੱਖਣਾ। ਇਨ ਗਲੋਬਲ ਪੋਲੀਟਿਕਸ ਇਟ ਇਨਕਲੂਡਸ the ability of country। अगर असी ग्लोबल इकनॉमिक्स की गल करिए या ਆਪਾਂ इंटरनेशनल पॉलिटिक्स की गल करिए, ਉਹਦੇ ਵਿੱਚ ਕੀ ਹੈ? ਉਹਦੇ ਵਿੱਚ ਨੈਸ਼ਨਲ ਪਾਵਰ ਦਾ ਜਿਹੜਾ ਕਨਸੈਪਟ ਜਿਹੜਾ ਹੈ ਉਹ ਆ ਜਾਂਦਾ ਹੈ। ਗਲੋਬਲ ਪੋਲੀਟਿਕਸ this includes the ability of the country to conduct its own affairs without interference of other countries। ਸੋ ਇੱਥੇ ਪਾਵਰ ਦਾ ਅਰਥ ਇਹ ਹੈ ਕਿ ਜਦੋਂ ਕੋਈ ਦੇਸ਼, ਇੱਕ ਤਾਂ ਦੇਸ਼ ਜਿਹੜੇ ਹੁੰਦੇ ਆ ਪ੍ਰਭੂ ਸੱਤਾ ਸੰਪੰਨ ਹੁੰਦੇ। ਪ੍ਰਭੂ ਸੱਤਾ ਸੰਪੰਨ ਦਾ ਮਤਲਬ ਇਹ ਹੈ ਕਿ ਕੋਈ ਵੀ ਦੂਸਰਾ ਦੇਸ਼ ਉਹਨਾਂ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਹੀਂ ਦੇ ਸਕਦਾ। ਦੂਸਰੀ ਗੱਲ, ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਆਪਣੇ ਜਿਹੜੇ ਡੇਲੀ ਅਫੇਅਰਸ ਹੈਗੇ ਆ ਉਹਨਾਂ ਨੂੰ ਚਲਾਉਣ ਦਾ ਜਿਹੜਾ ਸ਼ਫਾ ਹੁੰਦਾ ਹੈ ਜਾਂ ਉਹਨਾਂ ਨੂੰ ਚਲਾਇਆ ਉਸ ਦੁਆਰਾ ਜਿਹੜਾ ਹੈਗਾ ਉਹ ਜਾਂਦਾ। ਠੀਕ ਹੈ ਜੀ। Power is usually thought as a relationship that is influence the behavior of। ਹੁਣ ਅਗਰ ਮੈਂ ਇਸ ਸਾਰੇ ਅਰਥ ਨੂੰ ਅਗਰ ਕਲੈਕਟਿਵ ਕਰਦਾ ਜਾਂ ਸਾਰੇ ਅਰਥ ਦਾ ਇੱਕ ਬ੍ਰੌਡਰ ਮੀਨਿੰਗ ਲੈਣਾ ਤਾਂ ਪਾਵਰ ਇਜ਼ ਥਾਟ ਐਜ਼ ਅ ਰਿਲੇਸ਼ਨਸ਼ਿਪ, ਇਹੋ ਜਿਹਾ ਸੰਬੰਧ ਔਰ ਇਹੋ ਜਿਹੀ ਐਬਿਲਿਟੀ, ਇਹੋ ਜਿਹੀ ਯੋਗਤਾ ਜਿਹਦੇ ਰਾਹੀਂ ਦੂਸਰਿਆਂ ਦੇ ਵਿਵਹਾਰ ਨੂੰ ਜਿਹੜਾ ਹੈਗਾ ਉਹ ਪ੍ਰਭਾਵਿਤ ਕੀਤਾ ਜਾਂਦਾ। ਠੀਕ ਹੈ ਜੀ। ਇਨ ਦਾ ਮੈਨਰ ਚੂਜ਼ਿੰਗ ਪਾਵਰ ਆਫ ਅਦਰਸ। ਠੀਕ ਹੈ, ਇਹਨੂੰ ਅਸੀਂ ਸ਼ਕਤੀ ਦਾ, ਇਹ ਸੀਗਾ ਇਨ ਬ੍ਰੌਡਰ ਸੈਂਸ ਸ਼ਕਤੀ ਦਾ ਅਰਥ। ਹੁਣ ਮੈਂ ਅੱਜ ਦਾ ਜਿਹੜਾ ਆਪਣਾ ਲੈਕਚਰ ਹੈ ਇੱਥੇ ਹੀ ਇਹਨੂੰ ਵਿਰਾਮ ਦਿੰਦਾ ਕਿ ਆਪਾਂ ਹੌਲੀ ਹੌਲੀ ਅੱਗੇ ਵਧਾਂਗੇ ਅਤੇ ਆਪਾਂ ਕੁਐਸਚਨ ਇਹ ਮੈਂ ਤੁਹਾਨੂੰ ਜਰਨਲ ਜਿਹੜਾ ਹੈ ਮੀਨਿੰਗ ਦੱਸਿਆ ਹੈਗਾ ਸ਼ਕਤੀ ਦੇ ਕਨਸੈਪਟ ਦਾ। ਫਿਰ ਅਸੀਂ ਅਗਲੇ ਲੈਕਚਰ ਦੇ ਵਿੱਚ ਪਰਸੋਂ ਮੰਡੇ ਨੂੰ ਜਿਹੜਾ ਹੈਗਾ ਅਸੀਂ ਇਹਦਾ ਜਿਹੜਾ ਹੈਗਾ ਪੂਰਾ ਇਹਨੂੰ ਕੁਐਸਚਨ ਵਾਈਜ਼ ਜਿਹੜਾ ਹੈ ਕਰਾਂਗੇ। ਮੈਂ ਥੋੜ੍ਹਾ ਜਿਹਾ ਤੁਹਾਨੂੰ ਲਿਖਾਊਂਗਾ ਵੀ ਅਤੇ ਪਲੱਸ ਜਿਹੜਾ ਹੈ ਇਹਦੇ ਵਿੱਚ ਜਿਹੜਾ ਆਪਾਂ ਡੈਫੀਨੇਸ਼ਨਸ ਵਗੈਰਾ ਜਿਹੜੀਆਂ ਹੈਗੀਆਂ ਵੱਖ ਵੱਖ ਵਿਚਾਰਕਾਂ ਦੇ ਕੀ ਵਿਚਾਰ ਹੈਗੇ ਆ ਉਹਦੇ ਵੀ ਡਿਸਕਸ਼ਨ ਜਿਹੜੀ ਹੈ ਅਸੀਂ ਕਰਾਂਗੇ। ਹੁਣ ਸਾਰੇ ਜਣੇ ਧਿਆਨ ਨਾਲ ਸੁਣੋ। ਤੁਸੀਂ ਜਿਹੜਾ ਇਹ ਵੀਡੀਓ ਦੇਖ ਕੇ ਮੈਨੂੰ ਆਪਣੀ ਅਟੈਂਡੈਂਸ ਜਿਹੜੀ ਹੈ ਪੋਸਟ ਕਰਨੀ। ਮੈਂ ਕੱਲ੍ਹ ਤੁਹਾਨੂੰ ਇੱਕ ਜਿਹੜਾ ਪਿਕਚਰ ਪਾਈ ਸੀਗੀ ਜਿਹਦੇ ਵਿੱਚ ਮੈਂ ਦੱਸਿਆ ਸੀਗਾ ਕਿ ਤੁਸੀਂ ਜਿਹੜੀ ਆਪਣੀ ਅਟੈਂਡੈਂਸ ਹੈਗੀ ਹੈ ਉਹ ਕਿਸ ਤਰ੍ਹਾਂ ਜਿਹੜੀ ਹੈ ਪੋਸਟ ਕਰਨੀ ਹੈ। ਥੈਂਕ ਯੂ ਫॉर ਅਟੈਂਡਿੰਗ ਦਿਸ ਵਰਚੁਅਲ ਕਲਾਸ। ਥੈਂਕ ਯੂ ਵੈਰੀ ਮਚ।